ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਗੁਰਬਾਣੀ ਵਿਚਾਰ ਦੇ ਨੁਕਤੇ ਹਨ। ਪਹਿਲਾ ਇਹ ਕਿ ਸੰਸਾਰ ਵਿੱਚ ਕਿੰਨੇ ਸ਼੍ਰੇਣੀਆਂ ਦੇ ਜੀਵ ਹਨ ਤੇ ਕਿਹਨਾਂ ਦੇ ਇਕੱਠ ਨੂੰ ਸਤਸੰਗਤ ਕਿਹਾ ਜਾਂਦਾ ਹੈ। ਅਸੀਂ ਕਿਹੜੀ ਸ਼੍ਰੇਣੀ ਵਿੱਚੋਂ ਹਾਂ। ਦੂਸਰਾ, ਕਈ ਪਿਆਰੇ ਸੰਗਤ ਵਿੱਚ ਆ ਕੇ ਬੇਅੰਤ ਘਾਲਣਾ ਘਾਲਦੇ ਹਨ, ਕਰਮ ਕਿਰਿਆ ਕਰਦੇ ਹਨ, ਕੁਰਬਾਨੀ ਕਰਦੇ ਹਨ, ਹੱਠ ਕਰਦੇ ਹਨ, ਸਰੀਰ ਮੰਨੇ ਨਾ ਮੰਨੇ, ਪਰ ਉਹਨਾਂ ਦੀ ਸਾਰੀ ਘਾਲਣਾ ਪਖੰਡ ਬਣ ਕੇ ਰਹਿ ਜਾਂਦੀ ਹੈ। ਕਾਰਨ ਇਹ ਕਿ ਜਿਹੜੀ ਘਾਲਣਾ ਘਾਲਦੇ ਹਾਂ ਉਸ ਦੇ ਪਿੱਛੇ ਜਿਹੜੀ ਸ਼ਰਧਾ ਭਾਵਨੀ ਆਉਂਦੀ ਹੈ ਉਹ ਠੀਕ ਨਹੀਂ ਆਉਂਦੀ। ਸੋ ਕਿਹੜੀਆਂ ਭਾਵਨਾਵਾਂ ਹਨ ਜਿਨ੍ਹਾਂ ਕਰਕੇ ਸਾਡੀ ਘਾਲਣਾ ਪਖੰਡ ਬਣ ਕੇ ਰਹਿ ਜਾਂਦੀ ਹੈ, ਉਹ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਰੱਬੀ ਕਾਇਨਾਤ ਦੇ ਦੋ ਮੰਡਲ ਹਨ। ਪਹਿਲਾ ਹੈ ਬ੍ਰਹਮ ਮੰਡਲ ਅਥਵਾ ਆਤਮਕ ਮੰਡਲ ਤੇ ਦੂਸਰਾ ਹੈ ਮਾਇਕੀ ਤ੍ਰੈਗੁਣੀ ਮੰਡਲ। ਇਹ ਦੋਨੋਂ ਮੰਡਲ ਕੋਈ ਅੱਡੋ ਅੱਡ ਮਾਦੀ ਵਿਲੱਖਣ ਦੇਸ਼ ਟਾਪੂ ਜਾਂ ਸਿਤਾਰੇ ਨਹੀਂ ਹਨ। ਬ੍ਰਹਮ ਮੰਡਲ ਦੀ ਹੋਂਦ ਸੱਚੀ, ਅਬਚਲ, ਅਪਾਰ, ਸਵੈਭੰਗ, ਪ੍ਰਕਾਸ਼ਮਈ, ਰਹੱਸਮਈ, ਪ੍ਰੇਮ ਸਵੈਪਨਾ, ਪਿਰਮ ਰਸ, ਚੁੱਪ ਪ੍ਰੀਤ, ਸ਼ਾਂਤ ਰੂਪ, ਸਹਿਜ, ਬਿਸਮਾਦੀ, ਅਨਹਦ ਚੁਨਕਾਰ ਹੈ। ਅਪਿਓ ਪੀਓ ਅਕਥ ਕਥ ਰਹੀਐ, ਨਿਜ ਘਰ ਬੈਸ ਸਹਿਜ ਕਰ ਲਈਐ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਅਨੰਦ ਨਿਹਚਲ ਸਚ ਥਾਨਾ, ਤਹਾਂ ਸੰਗਤ ਸਾਧ ਗੁਣ ਰਸੈ, ਅਨਭਉ ਨਗਰ ਤਹਾਂ ਸਦ ਵਸੈ। ਬੇਗਮਪੁਰਾ ਸ਼ਹਿਰ ਕੋ ਨਾਉ, दुख अंदो नहीं तय ठाऊं, ना तशवीश खिराज ना माल, खौफ ना खता न तरस जवाल, अब मोए खूब वतन गए पाई, ऊहाँ खैर सदा मेरे भाई रहाओ, कायम दायम सदा पातशाही, दोम ना सेम एक सो आही, आबादान सदा मशहूर, ऊहाँ गनी बसै मामूर, क्यों त्यों सैल करे ज्यों भावै, महरम महल ना को अटकावै, कह रवदास खलास चमारा, जो हम शहरी सो मीत हमारा। दूसरा है मायकी त्रैगुणी मंडल। अनुभवी ज्ञान दी अणहोंद अथवा अज्ञानता दे भरम भुलावे विचों ही इस मायकी मंडल दी होंद प्रतीत होंदी है। इस दी अपने आप विच कोई हस्ती नहीं। दूजे लफ्जां विच मायकी मंडल दी होंद ਇਹ ਸਾਡੇ ਭਰਮ ਭੁਲਾਵੇ ਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਜਿਸ ਤਰ੍ਹਾਂ ਸੂਰਜ ਚੜ੍ਹਨ ਤੇ ਰਾਤ ਦਾ ਹਨੇਰਾ ਆਪੂ ਅਲੋਪ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਦੇ ਪ੍ਰਕਾਸ਼ ਹੋਣ ਤੇ ਇਹ ਮਾਇਕੀ ਮੰਡਲ ਦੀ ਅਗਿਆਨਤਾ ਦਾ ਹਨੇਰਾ ਵੀ ਆਪਣੇ ਆਪ ਅਲੋਪ ਹੋ ਜਾਂਦਾ ਹੈ ਅਤੇ ਆਤਮ ਮੰਡਲ ਦਾ ਪ੍ਰਕਾਸ਼ ਹੀ ਰਹਿ ਜਾਂਦਾ ਹੈ। ਦੀਵਾ ਬਲੇ ਅੰਧੇਰਾ ਜਾਏ, वेद पाठ मत पापा खाए, उगवै सूर न जापै चंद, जै ज्ञान प्रगास अज्ञान मिटंत, भरम पै बिनस गए खिन पीतर, अंधकार प्रगटे चानाण। जै मंदर दीपक प्रगास्या, अंधकार तै नासा, निरभव पूर रहे भरम भागा, कह कबीर जनदासा। त्रै मायकी मंडल दे वड खेल तमाशे दा नाटक चलावण लई ਹੋਮੇ ਦਾ ਪ੍ਰਵੇਸ਼ ਹੋਇਆ ਕੀਤਾ ਗਿਆ, ਜਿਸ ਵਿੱਚੋਂ ਮਾਇਕੀ ਮੰਡਲ ਦੀ ਸਾਜਨਾ ਹੋਈ। ਇਸ ਤ੍ਰੈਗੁਣੀ ਭਰਮ ਭੁਲਾਵੇ ਵਿੱਚ ਹੀ ਸਾਰੀ ਦੁਨੀਆ ਪਰਵਿਰਤ ਹੈ ਅਤੇ ਇਸ ਵਡ ਖੇਲ ਤਮਾਸ਼ੇ ਵਿੱਚ ਪਲਚ ਪਲਚ ਕੇ ਆਪਣੇ ਇਲਾਹੀ ਵਿਰਸੇ ਅਥਵਾ ਸੋਮੇ ਨੂੰ ਭੁਲਾ ਬੈਠੀ ਹੈ। ਜਿਨ ਰਚ ਰਚਿਆ ਪੁਰਖ ਵਿਧਾਤੈ, ਨਾਲੇ ਹੋਮੈ ਪਾਈ, जिन्नी नाम विसारिया दूजै भरम भुलाई, मूल छोड़ डाली लगे क्या पावै छाई। कक्कै काम क्रोध भरम्यों मूड़े, ममता लागे तुध हर विसरिया, बिखफल संच भरे मन ऐसे, परम पुरख प्रभ मन बिसरे। मन माया मैं फद रहियो, बिसरियो गोबिंद नाम। सो इन्हां दोहां मंडलां दे वासी अथवा जीव मुख तौर ते
ਤਿੰਨਾਂ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲੀ ਸ਼੍ਰੇਣੀ ਹੈ ਮਾਇਕੀ ਮੰਡਲ ਦੇ ਵਾਸੀ। ਇਹ ਸ਼੍ਰੇਣੀ ਇਹ ਹਉਮੈ ਦੇ ਭਰਮ ਭੁਲਾਵੇ ਵਿੱਚ ਦੀਸਣਹਾਰ ਭਰਮਮਈ ਦੁਨੀਆ ਨੂੰ ਹੀ ਸੱਚੀ, ਅਸਲੀ ਤੇ ਪੂਰਨ ਸਮਝੀ ਬੈਠੇ ਹਨ ਅਤੇ ਇਸ ਵਿੱਚ ਹੀ ਗਲਤਾਨ ਹੋ ਕੇ ਪਲਜ ਕੇ ਜੀਵਨ ਬਤੀਤ ਕਰਦੇ ਹਨ। ਹਾਂਜੀ, ਇਹਨਾਂ ਮਾਇਕੀ ਮੰਡਲ ਦੇ ਵਾਸੀਆਂ ਨੂੰ ਹੋਰ ਕਿਸੇ ਉਚੇਰੇ ਸੋਹਣੇਰੇ ਸੁਖਦਾਈ ਦੈਵੀ ਮੰਡਲ ਦਾ ਗਿਆਨ ਹੀ ਨਹੀਂ। ਇਹ ਲੋਕ ਰੱਬ ਦੀ ਹੋਣ ਤੋਂ ਵੀ ਇਨਕਾਰ ਕਰਦੇ ਹਨ। ਐਸੇ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਮਨੁੱਖਾਂ ਨੂੰ ਗੁਰਬਾਣੀ ਵਿੱਚ ਨਾਸਤਕ, ਮਨਮੁਖ ਅਤੇ ਸਾਕਤ ਕਿਹਾ ਗਿਆ ਹੈ। ਸਾਕਤ ਹਰ ਰਸਾ ਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ। ਮਨਮੁਖ ਮੂਲੋਂ ਭੂਲਿਆ ਵਿੱਚ ਲਬ ਲੋਭ ਹੰਕਾਰ। ਝਗੜਾ ਕਰਦਿਆਂ ਅੰਦਿਨ ਗੁਦਰੇ ਸ਼ਬਦ ਨ ਕਰੇ ਵਿਚਾਰ। ਅੰਮ੍ਰਿਤ ਕੌੜਾ ਬਿਖਿਆ ਮੀਠੀ ਸਾਕਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਹੀ ਜਾਨਾ ਨਾਮ ਸੁਨਤ ਜਨ ਬਿਛੂ ਡਸਾਨਾ। ਸੋ ਐਸੇ ਪ੍ਰਾਣੀ ਮਾਇਕੀ ਮੰਡਲ ਦੇ ਵਾਸੀ ਇਹ ਆਪਣੀ ਮਨੋਕਲਪਤ ਸਭਿਅਤਾ ਦੇ ਦਾਇਰੇ ਦੇ ਅੰਦਰ ਹੀ ਆਪਸ ਵਿੱਚ ਮੇਲ ਮਿਲਾਪ, ਵਿਵਹਾਰ, ਲੇਵਾ ਦੇਵੀ, ਕਰਮਕਾਂਡ ਦਾ ਵਰਤ ਵਰਤਾਰਾ ਕਰਦੇ ਹਨ। ਇਕੱਠੇ ਹੋ ਕੇ ਇਹ ਲੋਕ ਸਭਾ, ਸਮੇਲਨ, ਸਮਾਗਮ, ਵਿਚਾਰ ਗੋਸ਼ਟੀ ਵੀ ਕਰਦੇ ਹਨ ਜਿਨ੍ਹਾਂ ਨੂੰ ਉਹ ਸੰਗਤ ਸਮਝਦੇ ਹਨ। ਵੇਖਣ, ਪੜ੍ਹਨ ਤੇ ਸੁਣਨ ਨੂੰ ਤਾਂ ਇਹ ਸੰਸਥਾਵਾਂ ਬੜੀਆਂ ਸੁਭਾਏਮਾਨ ਅਤੇ ਪ੍ਰਭਾਵਸ਼ਾਲੀ ਜਾਪਦੀਆਂ ਹਨ, ਪਰ ਐਸੇ ਇਕੱਠ ਜਾਂ ਸੰਗਤ ਵਿੱਚ ਹਉਮੈ ਦਾ ਬੋਲ ਬਾਲਾ ਤੇ ਵਰਤ ਵਰਤਾਰਾ ਹੁੰਦਾ ਹੈ, ਜਿਸ ਕਾਰਨ ਇਹਨਾਂ ਸੰਸਥਾਵਾਂ ਵਿੱਚ ਸਮਾਂ ਪਾ ਕੇ ਈਰਖਾ, ਦੁਐਤ, ਖਿੱਚੋ ਤਾਣ, ਖੁਦਗਰਜ਼ੀ, ਨਫ਼ਰਤ, ਤਵੱਸਬ, ਧੜੇਬਾਜ਼ੀ, ਵੈਰ ਵਿਰੋਧ, ਲੁੱਟ ਖਸੁੱਟ, ਲੜਾਈਆਂ ਆਦਿ ਉਂਝਾਂ ਅਥਵਾ ਕਲੰਕ ਉਗੜ ਆਉਂਦੇ ਹਨ। ਕਿਉਂਕਿ ਇਹਨਾਂ ਸੰਸਥਾਵਾਂ, ਸਭਾ, ਸੁਸਾਇਟੀਆਂ ਅਥਵਾ ਇਹੋ ਜਿਹੀ ਸੰਗਤ ਦੀ ਬੁਨਿਆਦ ਕੂੜੀ ਹਉਮੈ ਤੇ ਆਧਾਰਿਤ ਹੁੰਦੀ ਹੈ। ਇਸ ਲਈ ਸਭਾ ਸੁਸਾਇਟੀਆਂ ਦੇ ਐਸੇ ਇਕੱਠ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਇਹ ਤਾਂ ਕੁਸੰਗਤ ਹੀ ਹੈ ਜੋ ਸਾਡੀ ਹਉਮੈ ਨੂੰ ਪੱਠੇ ਪਾਉਂਦੀ ਹੈ ਤੇ ਰੱਬੀ ਹਸਤੀ ਤੋਂ ਮੁਨਕਰ ਕਰਦੀ ਹੈ। ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵੇ ਆਏ। ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਇਹ ਲੋਕ ਰੱਬ ਨੂੰ ਖਿਆਲੀ ਹਊਆ ਤੇ ਧਰਮ ਨੂੰ ਮਾਨਸਿਕ ਅਫੀਮ ਦੀ ਤੁਲਨਾ ਦਿੰਦੇ ਹਨ ਤੇ ਪਰਮਾਰਥ ਦਾ ਮਖੌਲ ਉਡਾਉਂਦੇ ਹਨ। ਇਹ ਮਾਇਕੀ ਮੰਡਲ ਦੇ ਵਾਸੀ ਪਰਮਾਰਥ ਦਾ ਮਖੌਲ ਉਡਾਉਂਦੇ ਹਨ। ਖੂਹ ਦੇ ਡੱਡੂ ਵਾਂਗ ਇਹਨਾਂ ਨਾਸਤਕਾਂ ਦਾ ਦਿਲੋਂ ਦਿਮਾਗ ਰੱਬੀ ਅਣਹੋਣ ਤੇ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਗਤੀਆਂ ਜੁਗਤੀਆਂ ਦੀਆਂ ਕਲਾਬਾਜ਼ੀਆਂ ਅਥਵਾ ਕਲਾਬਾਜ਼ੀਆਂ ਨਾਲ ਢਕੌਂਸਲੇ ਕੱਢਦਾ ਰਹਿੰਦਾ ਹੈ। ਧਿਆਨ ਦੇਣਾ ਜੀ, ਇਹ ਮਾਇਕੀ ਮੰਡਲ ਦੇ ਵਾਸੀ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਗਤੀਆਂ ਜੁਗਤੀਆਂ ਦੇ ਢਕੌਂਸਲੇ ਕੱਢਦੇ ਹਨ। ਇਹ ਨਾਸਤਕਤਾ ਦਾ ਖੁੱਲ੍ਹਾ ਪ੍ਰਚਾਰ ਕਰਦੇ ਹਨ, ਜਿਸ ਦਾ ਆਮ ਜਨਤਾ ਉੱਤੇ ਹਾਨੀਕਾਰਕ ਅਸਰ ਬਹੁਤ ਛੇਤੀ ਆਉਂਦਾ ਹੈ। ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਜਿਉਂ ਨਿਗੁਰਾ ਬੋ ਬਾਤਾਂ ਜਾਣੇ, ਉਹ ਹਰ ਦਰਗੇ ਹੈ ਭ੍ਰਿਸ਼ਟੀ। ਇਸੇ ਲਈ ਗੁਰਬਾਣੀ ਵਿੱਚ ਇਹਨਾਂ ਸਾਬਤਾਂ ਦੀ ਕੁਸੰਗਤ ਤੋਂ ਬਚਣ ਲਈ ਤਾੜਨਾ ਕੀਤੀ ਗਈ ਹੈ। ਧਿਆਨ ਦੇਣਾ ਜੀ, ਇਹ ਮਾਇਕੀ ਮੰਡਲ ਦੇ ਵਾਸੀ, ਇਹਨਾਂ ਦਾ ਹਾਨੀਕਾਰਕ ਅਸਰ ਬਹੁਤ ਛੇਤੀ ਹੁੰਦਾ ਹੈ। ਇਸੇ ਲਈ ਗੁਰਬਾਣੀ ਵਿੱਚ ਇਹਨਾਂ ਸਾਬਤਾਂ ਦੀ ਕੁਸੰਗਤ ਤੋਂ ਬਚਣ ਲਈ ਸਾਨੂੰ
ਤਾੜਨਾ ਕੀਤੀ ਗਈ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਪਿਟੀਐ। ਸਾਕਤ ਸੰਗ ਨਾ ਕੀਜੀਏ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉਠ ਜਾਏ। ਸਾਕਤ ਸਿਉ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੈ ਜਾਈਐ ਭਾਗ। ਹਾਂਜੀ, ਦੂਰੈ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਇਹ ਤਾਂ ਸੀ ਪਹਿਲੀ ਸ਼੍ਰੇਣੀ ਮਾਇਕੀ ਮੰਡਲ ਦੇ ਵਾਸੀ। ਹੁਣ ਦੂਸਰੀ ਸ਼੍ਰੇਣੀ ਹੈ ਆਤਮਿਕ ਮੰਡਲ ਦੇ ਵਾਸੀ, ਜਿਨ੍ਹਾਂ ਦੀ ਸੰਗਤ ਨੂੰ ਗੁਰਬਾਣੀ ਵਿੱਚ ਅਸਲੀ ਸੰਗਤ ਮੰਨਿਆ ਗਿਆ ਹੈ। ਉਹ ਬਖਸ਼ੇ ਹੋਏ ਗੁਰਮੁਖ ਪਿਆਰੇ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਥਵਾ ਗੋਬਿੰਦ ਗੱਜ ਪੈਂਦਾ ਹੈ। ਇਹ ਸਤਪੁਰਸ਼ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਦੇ ਹਨ। ਇਹਨਾਂ ਗੁਰਮੁਖਾਂ ਹਰਜਨਾਂ ਸੰਤਾਂ ਭਗਤਾਂ ਦੇ ਅਨੁਭਵ ਵਿੱਚ ਮਾਇਕੀ ਦੁਨੀਆ ਦੀ ਹੋਂਦ ਭਰਮ ਭੁਲਾਵਾ ਅਸਥਿਰ ਜਾਂ ਕੂੜ ਭਾਸਦੀ ਹੈ। ਧਿਆਨ ਦੇਣਾ ਜੀ, ਇਹਨਾਂ ਹਰਜਨਾਂ ਸੰਤਾਂ ਭਗਤਾਂ ਦੇ ਅਨੁਭਵ ਵਿੱਚ ਇਹ ਮਾਇਕੀ ਦੁਨੀਆ ਦੀ ਹੋਂਦ ਕੂੜ ਭਾਸਦੀ ਹੈ। ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਹੀ ਨਹੀਂ ਹੁੰਦਾ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਐ ਨਾਮ ਅਦਾਰੇ। ਊਹਾਂ ਰਸ ਮੈਂ ਉਆਉ ਸੁਖ ਪਾਇਆ, ਨਾਨਕ ਲਿਪਤ ਨਹੀਂ ਤੈ ਮਾਇਆ। ਹਰਕ ਸੋਗ ਦੋਹੂ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਵਰਤਣ ਜਾਂ ਕੈ ਕੇਵਲ ਨਾਮ, ਅਨੰਦ ਰੂਪ ਕੀਰਤਨ ਬਿਸਰਾਮ। ਮਿੱਤਰ ਸਤਰ ਜਾਂ ਕੈ ਏਕ ਸਮਾਨ ਹੈ। ਆਤਮਿਕ ਮੰਡਲ ਦੇ ਵਾਸੀ ਮਿੱਤਰ ਸਤਰ ਜਾਂ ਕੈ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨ ਜਾਣੇ। ਦੀਸੈ ਸਭ ਸੰਗ ਰਹੇ ਅਲੇਪਾ, ਨੈ ਵਿਆਪੈ ਉਨਮਾਈ। ਏਕੈ ਰੰਗ ਤਤ ਕੇ ਬੇਤੇ, ਸਤਗੁਰ ਤੇ ਬੁੱਧ ਪਾਈ। जितने नरक से मनमुख भोगै, गुरमुख लेप न मासा है। प्रेम भगत गुण गावत गीदे, पोहत न संसार। गुरमुख अलिप्त लेप कदे न लागै, सदा रहे शरणाई। तीसरी श्रेणी है उपरलियां दोहां हालतां दे विचकार कई दुचिते जीव होंदे हन, जिन्हां नूं किसे पासे भी पक्का निश्चा भरोसा शरदा नहीं होंदी। उन्हां दा मन पारे वांग छेती डोल जांदा है। असल विच इन्हां दुचितियां दा मन तां पिछले संस्कारां अनुसार माया विच ही खुबिया आउंदा है, पर जद कदे भी संगत द्वारा इन्हां दे मन नूं आत्मक हुलारा आउंदा है तां ओह भी कुक्कड़ दी उडारी वांग खिन भंगर ही आउंदा है। ध्यान देना जी, इन्हां दुचितियां उत्ते जदों संगत विच कोई माड़ा मोटा हिलोरा आउंदा भी है तां ओह भी कुक्कड़ दी उडारी वांग खिन भंगर ही आउंदा है, अते फिर ओह अपनी घड़ी होई नीवीं मानसिक रोड़ विच रुड़ पैंदे हन। इन्हां दी परमारथ उत्ते शरदा भावनी स्वार्थ लई या गरजां दी पूर्ति लई या दुखां तो छुटकारे लई या बीमारियां दे इलाज लई या तृष्णा दी पूर्ति लई या अपने पापां नूं छुपावण लई या जमां तो बचण लई या फिर लोकां विच वाह वाह खटण लई या फिर भले भलेरे बनण लई या फिर धार्मिक आगू बनण लई या फिर अखौती भगत बनन लई ताई सीमत होंदी है। सो इस तरह की भावनावां लई वो कई किस्म के टूणे जंतर मंतर तवीत पाठ पूजा दान नेकियां अरदासां सुखना कुर्बानियां हठ कर्म क्रिया जोग साधना आदि करके अपने मन नूं परमार्थी होने की झूठी तसल्ली देंदे हन, कुर्बानियां करते हैं।
ਕਰਮ ਕਿਰਿਆ ਹੱਠ ਆਦਿ ਸਭ ਕੁਝ ਕਰਦੇ ਹਨ, ਪਰ ਸ਼ਰਧਾ ਭਾਵਨੀ ਪਿੱਛੇ ਕੀ ਆਉਂਦੀ ਹੈ? ਤ੍ਰਿਸ਼ਨਾ ਦੀ ਪੂਰਤੀ, ਦੁੱਖਾਂ ਤੋਂ ਛੁਟਕਾਰਾ, ਜਮਾਂ ਤੋਂ ਬਚਣ ਲਈ, ਲੋਕਾਂ ਵਿੱਚ ਵਾਹ ਖੱਟਣ ਲਈ, ਭਲੇ ਭਲੇਰੇ ਬਣਨ ਲਈ, ਜਾਂ ਫਿਰ ਧਾਰਮਿਕ ਆਗੂ ਬਣਨ ਲਈ, ਜਾਂ ਅਖੌਤੀ ਭਗਤ ਬਣਨ ਲਈ। ਸੋ ਇਸ ਕਰਕੇ ਇਹ ਆਪਣੇ ਮਨ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਲੋਕ ਪਰਮਾਤਮਾ, ਗੁਰੂਆਂ, ਅਵਤਾਰਾਂ, ਦੇਵੀ ਦੇਵਤਿਆਂ ਨਾਲ ਅਣਜਾਣੇ ਹੀ ਸੌਦੇਬਾਜ਼ੀ ਦਾ ਵਰਤਾਰਾ ਕਰਦੇ ਹਨ। ਜੇ ਕਿਸੇ ਇੱਕ ਸਾਧ ਸੰਤ ਫਕੀਰ ਜਾਂ ਔਲੀਏ ਦੀ ਅਰਾਧਨਾ ਨਾਲ ਉਹਨਾਂ ਦੀ ਗਰਜ਼ ਪੂਰੀ ਨਾ ਹੋਵੇ ਤਾਂ ਉਹ ਝੱਟ ਆਪਣਾ ਅਕੀਦਾ ਬਦਲ ਲੈਂਦੇ ਹਨ ਤੇ ਦੂਜੇ ਦੀ ਸੰਗਤ ਕਰਨ ਲੱਗ ਪੈਂਦੇ ਹਨ। ਧਿਆਨ ਦੇਣਾ ਜੀ, ਕਿਉਂਕਿ ਗਰਜ਼ ਹੁੰਦੀ ਹੈ ਪਿੱਛੇ ਪਰਮਾਰਥ ਦੀ, ਤਾਂ ਇੱਕ ਥਾਂ ਤੇ ਗਰਜ਼ ਪੂਰੀ ਨਹੀਂ ਹੋਈ, ਉਹ ਆਪਣਾ ਅਕੀਦਾ ਬਦਲ ਲੈਂਦੇ ਹਨ ਤੇ ਦੂਜੇ ਦੀ ਸੰਗਤ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹਨਾਂ ਨੇ ਰੱਬ ਅਥਵਾ ਸਾਧਾਂ ਸੰਤਾਂ ਨੂੰ ਪਰਮਾਰਥੀ ਜਾਂ ਦੁਕਾਨਦਾਰ ਹੀ ਬਣਾ ਛੱਡਿਆ ਹੈ। ਜੇ ਇੱਕ ਹੱਟੀ ਤੇ ਸੌਦਾ ਨਾ ਮਿਲੇ ਤਾਂ ਦੂਜੇ ਤੇ ਜਾ ਵੜਦੇ ਹਨ। ਮਾਇਕੀ ਜੀਵਨ ਦੀਆਂ ਕਾਮਨਾਵਾਂ ਤੇ ਗਰਜ਼ਾਂ ਦੀ ਗਾਹਕੀ ਨੂੰ ਪਛਾਣ ਕੇ ਅਨੇਕਾਂ ਅਖੌਤੀ ਗੁਰੂਆਂ, ਅਵਤਾਰਾਂ, ਸਾਧੂ ਸੰਤਾਂ ਨੇ ਧਾਰਮਿਕ ਠਾਠ ਬਾਠ ਰਚਾਏ ਹੋਏ ਹਨ, ਜਿਨ੍ਹਾਂ ਵਿੱਚ ਮਾਨਸਿਕ, ਧਾਰਮਿਕ ਤੇ ਆਰਥਿਕ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਦੁਚਿਤਿਆਂ ਦਾ ਮਨ ਤਾਂ ਮਾਇਆ ਵਿੱਚ ਗਲਤਾਨ ਹੁੰਦਾ ਹੈ, ਪਰ ਉੱਪਰੋਂ ਪਰਮਾਰਥ ਦਾ ਵੀ ਦਮ ਭਰਦੇ ਹਨ। ਇਸ ਤਰ੍ਹਾਂ ਇਹ ਲੋਕ ਪਾਠ, ਪੂਜਾ, ਕਰਮ ਕਿਰਿਆ ਤੇ ਸੰਗਤ ਕਰਦੇ ਹੋਏ ਵੀ ਸੱਚੇ ਆਤਮਿਕ ਮਾਰਗ ਤੋਂ ਵਾਂਝੇ ਰਹਿੰਦੇ ਹਨ। ਹਾਂਜੀ, ਇਹ ਲੋਕ ਪਾਠ, ਪੂਜਾ, ਕਰਮ ਕਿਰਿਆ ਤੇ ਸੰਗਤ ਕਰਦੇ ਹੋਏ ਵੀ ਸੱਚੇ ਆਤਮਿਕ ਮਾਰਗ ਤੋਂ ਵਾਂਝੇ ਰਹਿੰਦੇ ਹਨ, ਕਿਉਂਕਿ ਪਿੱਛੇ ਪੜਿਆ ਇਹਨਾਂ ਦੀਆਂ ਭਾਵਨਾਵਾਂ ਗਰਜ਼ਾਂ ਦੀ ਪੂਰਤੀ ਜਾਂ ਵਡਿਆਈ ਲਈ ਹੁੰਦੀ ਹੈ। ਸੋ ਇਹਨਾਂ ਦਾ ਪਰਮਾਰਥ ਆਪਣੇ ਆਪ ਨੂੰ ਧੋਖਾ ਦੇਣਾ ਹੈ। ਇਹਨਾਂ ਦਾ ਪਰਮਾਰਥ ਆਪਣੇ ਆਪ ਨੂੰ ਧੋਖਾ ਦੇਣਾ ਹੈ, ਪਖੰਡ ਕਰਨਾ ਹੈ, ਲੋਕ ਦਿਖਾਵਾ ਹੈ, ਜੀਵਨ ਸੇਧ ਤੋਂ ਵਾਂਝੇ ਰਹਿਣਾ ਹੈ। ਇਹਨਾਂ ਦਾ ਪਰਮਾਰਥ ਜੀਵਨ ਸੇਧ ਤੋਂ ਵਾਂਝੇ ਰਹਿਣਾ ਹੈ, ਜੀਵਨ ਅਜਾਈਂ ਗਵਾਉਣਾ ਹੈ, ਰੱਬ ਤੋਂ ਬੇਮੁਖ ਹੋਣਾ ਹੈ। ਦੁਖੀਆ ਦੁਸ਼ਟ ਦੁਬਾਜਰਾ ਤਾਮੋ ਰੰਗੈ ਕਹਿਹਾਂ ਹੋਵੇ, ਬਾਹਰੋਂ ਦਿਸੈ ਉਜਲਾ ਅੰਦਰ ਮਸ ਨ ਧੋਪੈ ਧੋਵੇ। ਸੰਨੀ ਜਾਣ ਲੋਹਾਰ ਦੀ ਹੋਏ ਦੁਮੂਹੀ ਕੁਸੰਗ ਵਿਗੋਵੇ। ਖਣ ਤਤੀ ਆਰਣ ਵੜੈ ਖਣ ਠੰਡੀ ਜਲ ਅੰਦਰ ਟੋਵੇ। ਤੁਮਾ ਦਿਸੈ ਸੋਹਣਾ ਚਿਤਰ ਮਿਤਾਲਾ ਵਿਸ ਵਿਲੋਵੇ। ਦੁਖੀਆ ਦੁਸ਼ਟ ਦੁਬਾਜਰਾ ਬਗਲ ਸਮਾਦ ਰਹੇ ਇੱਕ ਟੰਗਾ। ਇਸ ਲਈ ਜਿਹੜੇ ਨਾਸਤਿਕ ਲੋਕ ਹਨ, ਇਹਨਾਂ ਦੁਚਿੱਤੇ ਧਰਮੀਆਂ ਨਾਲੋਂ ਬੇਪਰਵਾਹ ਤੇ ਸੌਖੇ ਹਨ, ਕਿਉਂਕਿ ਉਹਨਾਂ ਨੂੰ ਰੱਬ ਦਾ ਹਊਆ ਤੰਗ ਨਹੀਂ ਕਰਦਾ ਤੇ ਧਰਮ ਦੀਆਂ ਕੱਟੜ ਸਾਧਨਾਵਾਂ ਤੋਂ ਵੀ ਬਚੇ ਰਹਿੰਦੇ ਹਨ। ਕਬੀਰ ਜਿਨੋਂ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝਾ ਬੂਝਨਾ ਪੂਰੀ ਪਰੀ ਬਲਾਏ। ਇਹਨਾਂ ਅਖੌਤੀ ਧਰਮੀਆਂ ਦੀ ਹਾਲਤ ਤਰਸਯੋਗ ਹੈ। ਕਿਉਂ? ਕਿਉਂਕਿ ਕੱਟੜ ਧਾਰਮਿਕ ਹੱਠ ਤੇ ਸਾਧਨਾ ਲਈ ਜਫਰ ਜਾਲਦੇ ਹੋਏ ਵੀ ਇਹਨਾਂ ਦੀ ਆਤਮਿਕ ਤਰੱਕੀ ਨਹੀਂ ਆਉਂਦੀ ਅਤੇ ਧਾਰਮਿਕ ਹਊਏ ਦੇ ਸਹਿਮ ਵਿੱਚ ਵੀ ਜਕੜੇ ਰਹਿੰਦੇ ਹਨ। ਫਿਰ ਦੁਹਰਾ ਦਈਏ, ਇਹਨਾਂ ਅਖੌਤੀ ਧਰਮੀਆਂ ਦੀ ਹਾਲਤ ਤਰਸਯੋਗ ਹੈ, ਕਿਉਂਕਿ ਕੱਟੜ ਧਾਰਮਿਕ ਹੱਠ ਸਾਧਨਾ ਲਈ ਜਫਰ ਜਾਲਦੇ ਹੋਏ ਵੀ ਉਹਨਾਂ ਦੀ ਆਤਮਿਕ ਤਰੱਕੀ ਨਹੀਂ ਹੁੰਦੀ ਅਤੇ ਧਾਰਮਿਕ ਹਊਏ ਦੇ ਸਹਿਮ ਵਿੱਚ ਜਕੜੇ ਰਹਿੰਦੇ ਹਨ। ਪਰ ਦੁਨੀਆ ਵਿੱਚ ਐਸੇ ਦੁਚਿੱਤੇ ਪਰਮਾਰਥੀਆਂ ਦੀ ਹੀ ਪਰਮਾਰ ਹੈ। ਹਾਂਜੀ, ਦੁਨੀਆ ਵਿੱਚ ਐਸੇ ਦੁਚਿੱਤੇ ਪਰਮਾਰਥੀਆਂ ਦੀ ਹੀ ਪਰਮਾਰ ਹੈ। ਇਹ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ ਵਾਲਾ ਹਾਲ ਹੁੰਦਾ ਹੈ ਇਹਨਾਂ ਦਾ। ਗੁਰਬਾਣੀ ਵਿੱਚ ਐਸੇ ਅਖੌਤੀ ਪਰਮਾਰਥੀਆਂ ਨੂੰ ਇਉਂ ਦਰਸਾਇਆ ਗਿਆ ਹੈ। ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅਗ।
पाखंड भगत न होवई, दुबदा बोल खुआर। पाखंड भगत न होवई, दुबदा बोल खुआर। अंतर कपट भगौती कहाए, पाखंड पार ब्रह्म कदे न पाए। दूजे पाए पड़े नहीं बूझे, त्रिबद माया कारण लूझे। ए मन चंचल वस न आवे, दुबदा लागे दे दिस्तावे। बिख का कीड़ा बिख में राता, बिख ही माए पचावणे। दुबदा विच बैराग न होवी, जब लग दूजी राय। इसलिए ऐसे दुचित्ते परमार्थियां अथवा दुबदे वाले इंसानां दी संगत नूं सत्संगत या साध संगत नहीं किया जा सकता। ध्यान देना जी, ना माइकी मंडल दे वासियां दे कठ नूं संगत किया जा सकता है, ना ये दुबदा वाले जीवां दे कठ नूं साध संगत किया जाता है। ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਅੰਤਰਾਤਮੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਉਹਨਾਂ ਦੀ ਸੰਗਤ ਨੂੰ ਗੁਰਬਾਣੀ ਵਿੱਚ ਸੰਗਤ ਮੰਨਿਆ ਗਿਆ ਹੈ। ਫਿਰ ਦੁਹਰਾ ਦਈਏ, ਇਸ ਲਈ ਐਸੇ ਦੁਚਿੱਤੇ ਪਰਮਾਰਥੀਆਂ ਅਥਵਾ ਦੁਬਦਾ ਵਾਲੇ ਇਨਸਾਨਾਂ ਦੀ ਸੰਗਤ ਨੂੰ ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਪਰ ਦੁਨੀਆ ਵਿੱਚ ਇਹੋ ਜਿਹੀ ਦੁਚਿੱਤੀ ਸੰਗਤ ਦਾ ਹੀ ਬੋਲਬਾਲਾ ਤੇ ਵਰਤਾਰਾ ਹੈ, ਜਿਸ ਕਾਰਨ ਸਾਡਾ ਮਾਨਸਿਕ ਤੇ ਪਰਮਾਰਥਕ ਜੀਵਨ ਨਿਗਰਦਾ ਜਾਂਦਾ ਹੈ। ਦੁਖੀਆ ਦੁਸ਼ਟ ਦੁਬਾਜਰਾ, ਜਾਣ ਰੁਪਈਆ ਮੇਖੀ ਸੋਈ। ਵਿਗੜੇ ਆਪ ਵਿਗਾੜੇ ਲੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।